ਇਹ ਵੀ ਗੱਲ ਸਾਹਮਣੇ ਆਈ ਸੀ ਵੀ ਇੱਕ ਕੰਪਰੋਮਾਈਜ਼ ਹੈ, ਤਾਂ ਐਕਚੁਅਲੀ ਹੋਇਆ ਕਿ ਉਸ ਬੰਦੇ ਦੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਤੇ ਗਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨੀ ਬੰਦ ਕਰਾਂਗੇ। ਅਸੀਂ ਸਿਰਫ ਪੋਲੀਟੀਕਲ ਬੰਦਿਆਂ ਦੇ ਖਿਲਾਫ ਹੀ ਕਾਰਵਾਈ ਕਰਾਂਗੇ। ਫੜਿਆ ਹੋਇਆ ਆਰਟੀਏ ਹੈ, ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਇਹ ਨੀਲਮਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ, ਤਾਂ ਸਮਝ ਲਓ ਫਿਰ ਰਾਜੀਨਾਮਾ ਹੋ ਗਿਆ, ਸਮਝੌਤਾ ਕੀਤਾ ਸਰਕਾਰ ਨੇ। ਉੱਥੇ ਸਰਕਾਰ ਨੇ ਉਹਨੂੰ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਉੱਥੇ ਕੋਈ ਹੋਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਕੋਈ ਉਹਦਾ ਲੀਗਲ ਜਿਹੜਾ ਡਾਕੂਮੈਂਟ ਜਾਰੀ ਨਹੀਂ ਕੀਤਾ। ਉਲਟਾ ਸਾਜ਼ਿਸ਼ਾਂ ਰਚ ਕੇ ਉੱਥੇ ਜਿਹੜੇ ਬੈਠੇ ਮੋਰਚੇ ਦੇ ਲੋਕ ਜਿਹੜਾ ਚਲਾ ਰਹੇ ਸੀਗੇ ਉਹਨਾਂ ਨੂੰ ਪਾੜ ਲਿਆ ਇਹਨਾਂ ਨੇ। ਹੁਣ ਉਹਨਾਂ 'ਚੋਂ 3 ਬੰਦੇ ਅੱਡ ਕਰਕੇ ਉਹਨਾਂ ਨੇ 4-5 ਹੋਰ ਨਵੇਂ ਕਰਕੇ ਇੱਕ ਵੱਖਰੀ ਕਮੇਟੀ ਬਣਾ ਕੇ ਸ਼ੁਕਰਾਨੇ ਦੇ ਭੋਗ ਜਿਹੜੇ ਹੈਗੇ ਆ ਸ਼ੁਰੂ ਕਰ ਦਿੱਤੇ। ਸ਼ੁਕਰਾਨਾ ਕਾਹਦਾ ਹੋਇਆ, ਤੁਹਾਨੂੰ ਮਿਲਿਆ ਕੀ ਹੈਗਾ? ਭਗਵੰਤ ਮਾਨ ਆਪ ਆ ਕੇ ਸਾਰਾ ਕੁਝ ਅਨਾਊਂਸਮੈਂਟਸ ਕਰੇ। ਉਸ ਤੋਂ ਇਲਾਵਾ ਜਿਹੜੇ ਬੰਦੇ ਉੱਥੇ ਡੈਥ ਹੋਈ ਹੈ ਉਹਨਾਂ ਨੂੰ ਕੰਪਨਸੇਸ਼ਨ ਹੋਰ ਬਹੁਤ ਕੁਝ ਹੈਗਾ। तो इस करके लीगल एस्पैक्ट का कोई है ही नहीं। टीवी से डिबेट चल रही है भी ये तो ऑर्डर कर ही नहीं सकती सी सरकार, उन्होंने क्लैरीफाई करे। तो इस करके वो बंदियां नूं तोड़ के मोर्चे वालियां नूं उत्थों मतलब उन्होंने उठाना चाहते हैं कि उत्थे भी काफ़ी दुफाड़ पिया होया है। सारियां किसान जथेबंदियां राजेवाल वांगू बकाऊ नहीं हैगियां, ठीक है। राजेवाल तो उत्थे जाके भी वो करदा फिरदा सीगा भी जिहड़ा सीएम प्रकाश सिंह बादल तो वधिया सीएम नहीं सी, बड़े पैसे लैके आउंदा सीगा ते नाल हरेक स्टेज ते चढ़ाया हुंदा उहने काहन सिंह पन्नू, ਜਿਹੜਾ ਮਹਾਨ ਜਿਹੜਾ ਕਰਪਟ ਜਿਹੜਾ ਸਿੰਚਾਈ ਘਟਾਲਾ ਉਹਦਾ ਸੂਤਰਧਾਰ ਜਿਹੜਾ ਬੰਦਾ ਉਹਦੀ ਸਟੇਜ ਤੇ ਹੁੰਦਾ। ਮੈਂ ਕੱਲ ਵੀ ਕਿਤੇ ਵੇਖ ਰਿਹਾ ਸੀਗਾ, ਕਿਸਾਨ ਮਜ਼ਦੂਰ ਦੀ ਕਰਾ ਕੇ ਬੈਠੇ ਸੀ। ਤਾਂ ਸਾਰੇ ਜਿਹੜੇ ਕਿਸਾਨ ਜਿਹੜੇ ਹੈਗੇ ਆ ਕਿ ਰਾਜੇਵਾਲ ਵਾਂਗੂ ਵਿਕੇ ਤੇ ਘਟੀਆ ਨਹੀਂ ਹੈਗੇ। ਇੱਥੇ ਗੁਰਾਹਾਂ ਵਰਗੀ ਜਥੇਬੰਦੀ ਹੈਗੀ ਹੈ, ਸਿੱਧੂਪੁਰ ਵਰਗੇ ਹੋਰ ਬਹੁਤ ਜਥੇਬੰਦੀਆਂ ਜਿਹੜੀਆਂ ਹੈਗੀਆਂ ਸਟਰੋਂਗ ਹੈਗੀਆਂ, ਜਿਨ੍ਹਾਂ ਦੀ ਉਸ ਮੋਰਚੇ ਤੇ ਨਿਗਾਹ ਹੈਗੀ। ਕੋਈ ਵੀ IAS PPS PCS ਕਹਿਣ ਤੋਂ ਭਾਵ ਕੋਈ ਵੀ ਉੱਚ ਅਧਿਕਾਰੀ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰਦਾ ਹੈ, ਨਾਮੀ ਬੇਨਾਮੀ ਜਾਇਦਾਦ ਬਣਾਈ ਹੋਈ ਹੈ, ਬਹੁਤ ਜ਼ਿਆਦਾ ਕਿਸੇ ਨੂੰ ਲੁੱਟਿਆ ਹੋਇਆ, ਕਹਿ ਲਈਏ ਆਪਣੇ ਪੰਜਾਬ ਨੂੰ ਲੁੱਟਿਆ ਹੋਇਆ ਜਾਂ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਕਿਤੇ ਕੋਈ ਜਾਇਦਾਦ ਬਣਾਈ ਹੈ, ਤਾਂ ਤੁਸੀਂ ਇਸ ਦੀ ਜਾਣਕਾਰੀ ਦਿਓ। ਸਾਡੇ ਨਾਲ ਨੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਹੋਣਾ ਦਾ। ਸੇਖੋਂ ਸਾਹਿਬ, ਇਹ ਬੜਾ ਵੱਡਾ ਤੁਸੀਂ ਐਲਾਨ ਕਰਿਆ ਵੀ ਜੇ ਤੁਹਾਨੂੰ ਕਿਤੇ ਵੀ ਕੋਈ ਪਤਾ ਲੱਗਦਾ ਇੱਕ ਵਾਰੀ ਜਾਣਕਾਰੀ ਸਾਨੂੰ ਦਿਓ। ਐਲਾਨ ਨਹੀਂ ਜੀ, ਅਪੀਲ ਹੈ ਇਹ। ਤੇ ਮੈਂ ਤਾਂ ਅਪੀਲ ਕਰਦਾ ਕਿ ਜਾਣਕਾਰੀ ਜੇ ਬਾਹਰ ਆਊਗੀ ਤਾਂ ਘੱਟੋ ਘੱਟ ਇੱਕ ਸੋਰਸ ਤਾਂ ਮੈਂ ਹੈਗਾ ਕਿ ਮੈਂ ਜਾਣਕਾਰੀ ਲੁਕਾਉਂਦਾ ਨਹੀਂਗਾ ਤੇ ਬਿਲਕੁਲ ਸਾਹਮਣੇ ਲੈ ਆਉਣਾ। ਸ਼ਾਇਦ ਸਾਨੂੰ ਵੇਖ ਕੇ ਕੁਝ ਹੋਰ ਮੀਡੀਆ ਦੇ ਲੋਕ ਵੀ ਸ਼ਰਮ ਮੰਨਣੀ ਸ਼ੁਰੂ ਕਰ ਦੇਣਗੇ ਤੇ ਉਹ ਜਦੋਂ ਜਾਣਕਾਰੀਆਂ ਸ਼ੇਅਰ ਹੋਣਗੀਆਂ ਤਾਂ ਇੱਕ ਤੋਂ ਵੱਧ ਫਰੰਟਸ ਜਿਹੜੇ ਹੈਗੇ ਉੱਥੋਂ ਮਤਲਬ ਸੱਚ ਬੋਲੇ ਜਾਣ ਲੱਗਣਗੇ ਤੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਚੇਂਜ ਕਰਨਾ ਪਊਗਾ। ਹੋਰ ਕੋਈ ਹੱਲ ਨਹੀਂ ਹੈਗਾ। ਹੁਣ ਤੱਕ ਕੋਈ ਜਵਾਬਦੇਹੀ ਨਹੀਂ ਸੀਗੀ, ਹੁਣ ਤੱਕ ਕੋਈ ਪੁੱਛਣ ਵਾਲਾ ਨਹੀਂ ਸੀਗਾ। ਇੱਕ ਸ਼ੁਰੂਆਤ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਹੋਈ ਹੈ ਕਿ ਇਹਨਾਂ ਤੋਂ ਪੁੱਛਗਿੱਛ ਸ਼ੁਰੂ ਹੋਈ ਹੈ, ਔਰ ਪੁੱਛਗਿੱਛ ਸਭ ਤੋਂ ਸ਼ੁਰੂ ਹੋਈ ਹੈ ਜੁਡੀਸ਼ਰੀ ਤੋਂ ਪੁੱਛਿਆ ਜਾ ਰਿਹਾ ਹੈ, ਬਿਊਰੋਕਰੇਟ ਤੋਂ ਪੁੱਛਿਆ ਜਾ ਰਿਹਾ, ਪੋਲੀਟੀਸ਼ੀਅਨ ਤੋਂ ਪੁੱਛਿਆ ਜਾ ਰਿਹਾ, ਮੀਡੀਆ ਤੋਂ ਪੁੱਛਿਆ ਜਾ ਰਿਹਾ। ਇਹੀ ਤਾਂ ਥੰਮ ਹੈਗੇ। ਜਦੋਂ ਪੁੱਛਗਿੱਛ ਸ਼ੁਰੂ ਹੋਈ ਹੈ ਤਾਂ ਫਿਰ ਜਦੋਂ ਪੁੱਛਗਿੱਛ ਸ਼ੁਰੂ ਹੋਵੇ ਉਦੋਂ ਬਿਲਕੁਲ ਸੁਧਾਰ ਲਿਆਉਣੇ ਜ਼ਰੂਰੀ ਹੋ ਜਾਂਦੇ ਆ। ਇਸ ਕਰਕੇ ਅਪੀਲ ਕੀਤੀ ਸੀ ਵੀ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈਗੀ ਹੈ ਲੋਕਾਂ ਕੋਲ ਹੁੰਦੀ ਹੈ। ਅਗਲਾ ਕਹਿੰਦਾ ਕੀ ਫਾਇਦਾ ਦੱਸਣ ਦਾ, ਕਿਹੜਾ ਕਿਸੇ ਨੇ ਕੁਝ ਕਰਨਾ ਹੈ। ਅਸੀਂ ਉਹਨੂੰ ਮਤਲਬ ਆਪਣੇ ਜੇ ਸਟੇਜ 'ਤੇ ਉਹਨੂੰ ਪਲੇਟਫਾਰਮ ਤੋਂ ਜਨਤਕ ਕਰਾਂਗੇ ਤਾਂ ਆਵਾਜ਼ ਦੂਰ ਤੱਕ ਜਾਂਦੀ ਹੈ, ਸਭ ਨੂੰ ਪਤਾ ਹੈਗਾ। ਤਾਂ ਇਸ ਕਰਕੇ ਅਪੀਲ ਕੀਤੀ ਸੀ ਵੀ ਇਹ ਘੱਟੋ ਘੱਟ ਜਿਹੜਾ ਤੁਹਾਨੂੰ ਲੁੱਟ ਖੋਹ ਕੇ ਸ਼ਰੇਆਮ ਜਿਹੜੀ ਇਹ ਗੁੰਡਾਗਰਦੀ 'ਤੇ ਤੁਰੇ ਹੋਏ ਆ, ਘੱਟੋ ਘੱਟ ਉੱਥੋਂ ਸ਼ਰਮ ਤਾਂ ਕਰਨਗੇ ਜਦੋਂ ਐਕਸਪੋਜ਼ ਕਰਾਂਗੇ ਨਾ ਲੋਕਾਂ ਨੂੰ। ਤਾਂ ਇਸ ਕਰਕੇ ਅਪੀਲ ਕੀਤੀ ਸੀ। ਮਾਨਸਾ ਏਰੀਏ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਨੇ ਲਾਈਵ ਹੋ ਕੇ ਜਾ ਕੇ ਚਿੱਟਾ ਵੇਚਣ ਵਾਲੇ ਬੰਦੇ ਫੜੇ, ਉਹਨਾਂ ਦੀ ਜਾਣਕਾਰੀ ਹੋਈ, ਕੋਈ ਕੇਸ ਰਜਿਸਟਰਡ ਹੋਇਆ। ਉਸ ਤੋਂ ਉਤਸ਼ਾਹਿਤ ਹੋ ਕੇ ਇੱਕ ਹੋਰ ਨੌਜਵਾਨ ਨੇ ਅਜਿਹਾ ਉਪਰਾਲਾ ਕੀਤਾ। ਅਜੇ ਪਿਛਲੇ ਘੰਟਿਆਂ ਦੀ ਉਹ ਗੱਲ ਹੈ, ਉਹ ਨੌਜਵਾਨ ਕਹਿ ਰਿਹਾ ਕਿ ਮੈਂ ਪੁਲਿਸ ਤੱਕ ਜਾਣਕਾਰੀ ਦੇ ਰਿਹਾ ਤੇ ਪੁਲਿਸ ਕੋਈ ਟਸ ਤੋਂ ਮਸ ਨਹੀਂ, ਕੋਈ ਕੁਝ ਵੀ ਨਹੀਂ ਹੈਗਾ, ਅਸਰ ਹੀ ਕੋਈ ਨਹੀਂ। ਇਸ ਤਰ੍ਹਾਂ ਦੀਆਂ ਇਨਸੀਡੈਂਟਸ ਹੋਰ ਵੀ ਬਹੁਤ ਹੋਏ ਹੋਏ ਆ। ਬਹੁਤ ਵਾਰੀ ਤਾਂ ਲੋਕਾਂ ਨੇ ਫੜਾਏ ਹੋਏ ਲੋਕ ਸੀ ਜਿਹੜੇ ਇਸ ਤਰ੍ਹਾਂ ਦੇ ਧੰਦੇ ਵਾਲੇ, ਬਾਅਦ ਵਿੱਚ ਪੁਲਿਸ ਨੂੰ ਛੱਡ ਦੇਣੇ ਪਏ। ਉੱਥੇ ਆ ਕੇ ਫਿਰ ਮੈਂ ਪੁਲਿਸ ਨੂੰ ਇੱਕ ਮੁਰਦਾ ਸੰਸਥਾ ਮੰਨਦਾ। ਇਸ ਕਰਕੇ ਕਹਿੰਦਾ ਕਿ ਇਹਨਾਂ ਦੇ ਵਿੱਚ ਕੋਈ ਹੈ ਹੀ ਨਹੀਂ। ਇਹਨਾਂ ਨੂੰ ਹੁਕਮ ਜਿਹੜੀ ਹੈਗੀ ਆ ਇਸ ਤਰ੍ਹਾਂ ਦਾ ਆਉਂਦਾ, ਉਹਦੇ ਮੁਤਾਬਕ ਇਹ ਗੱਲਬਾਤ ਕਰਦੇ ਆ। ਜਿਸ ਤਰ੍ਹਾਂ ਦੀ ਕੋਈ ਪਿੱਛੋਂ ਮਤਲਬ ਸਰਕਾਰੀ ਤੌਰ 'ਤੇ ਜਿਹੜਾ ਵੀ ਕਾਬਜ ਹੁੰਦਾ ਤੰਤਰ 'ਤੇ, ਜਿਹੜਾ ਵੀ ਭਾਵੇਂ ਪਹਿਲਾਂ ਅਕਾਲੀ ਕਾਂਗਰਸੀ ਸੀ, ਹੁਣੇ ਆਪ ਵਾਲੇ ਆ, ਤਾਂ ਜੋ ਧੰਦੇ ਜਿਹੜੇ ਸਾਰੇ ਉਵੇਂ ਦੇ ਉਵੇਂ ਜਾਂ ਕਰਪਸ਼ਨ ਉਵੇਂ ਦੇ ਉਵੇਂ ਹੈ, ਤਾਂ ਫਿਰ ਆਪਾਂ ਪੁਲਿਸ ਨੂੰ ਜੇ ਇਕੱਲੀ ਨੂੰ ਬਲੇਮ ਕਰਨਾ ਹੋਵੇ ਤਾਂ ਕਰੀ ਜਾਓ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਪਰ ਅਦਰਵਾਈਜ਼ ਜਿਹੜਾ ਹੈਗਾ ਇਸ ਤਰ੍ਹਾਂ ਦੇ ਉਪਰਾਲੇ ਕਰਨ ਵਾਲੇ ਲੋਕ ਜਿਹੜੇ ਆ ਉਦੋਂ ਡਿਸਕਰੇਜ ਹੁੰਦੇ ਆ ਜਦੋਂ ਉਹ ਕੋਸ਼ਿਸ਼ ਕਰਦੇ ਤੇ ਗਾਂ ਉਹਨੂੰ ਕੋਈ ਹੱਲ ਨਹੀਂ ਹੁੰਦਾ। ਪਿੱਛੇ ਕਾਫੀ ਦੇਰ ਹੋ ਗਈ ਇੱਕ ਲੇਡੀ ਸਰਪੰਚ ਸੀ ਜਗਰਾਓਂ ਕੋਲ ਦੀ, ਉਹਨਾਂ ਨੇ ਸਾਰਾ ਪਿੰਡ ਦਾ ਪਤਾ ਨਹੀਂ ਕੀ ਕੁਛ ਵਿਖਾਇਆ ਸੀਗਾ। ਉਦੋਂ ਬਾਅਦ ਕੋਈ ਗੱਲਬਾਤ ਹੋਈ ਤਾਂ ਬੇਸ਼ਰਮੀ ਦੇ ਨਾਲ ਅਫਸਰ ਜਿਹੜੇ ਹੈਗੇ ਉਹ ਉੱਪਰੋਂ ਹੁਕਮ ਲੈ ਕੇ ਸੌਂ ਜਾਂਦੇ ਆ। ਤਾਂ ਫਿਰ ਹੋਰ ਕੀ ਆ, ਇਸਦਾ ਇੱਕੋ ਹੀ ਆਵਾਜ਼ ਹੈ ਜੀ, ਮਤਲਬ ਹੱਲ ਹੈ ਲੋਕਾਂ ਦੀ ਆਵਾਜ਼। ਜਿੰਨੀ ਆਵਾਜ਼ ਲੋਕਾਂ ਦੀ ਵਧੂਗੀ ਉਨਾ ਹੀ ਜਿਹੜਾ ਹੈਗਾ ਇਹਨਾਂ ਨੂੰ ਆਪਣੀ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਤੋਂ ਆਉਣ ਵਾਲੇ ਸਮੇਂ ਵਿੱਚ ਗੁਰੇਜ਼ ਕਰਨਾ ਪਊ, ਕਿਉਂਕਿ ਵੋਟਾਂ ਦਾ ਰਾਜ ਹੈ। ਇਲੈਕਸ਼ਨ ਆਏ ਰਹਿੰਦੇ ਆ, ਕਾਰਪੋਰੇਸ਼ਨ ਆ ਗਈ ਹੈਗਾ, ਫਿਰ MP ਦਾ ਇਲੈਕਸ਼ਨ ਆਇਆ ਖੜਾ, ਲੋਕ ਸਭਾ ਆਈ ਖੜੀ ਹੈ। ਤਾਂ ਇਸ ਕਰਕੇ ਹਰ ਵਾਰ ਜਿਹੜਾ ਹੈਗਾ ਵੋਟਰ ਜਾ ਕੇ ਜਦੋਂ ਹੁਣ ਵੋਟ ਪਾਉਣ ਲੱਗ ਪਿਆ, ਇਹਨਾਂ ਨੂੰ ਸੁਧਾਰ ਲਿਆਉਣਾ ਹੀ ਪਊਗਾ। ਸੋ ਇਹ ਹੁੰਦਾ, ਲੋਕ ਨਿਰਾਸ਼ ਤਾਂ ਹੁੰਦੇ ਪਰ ਹੋਰ ਹੱਲ ਵੀ ਨਹੀਂ ਸਾਡੇ ਕੋਲ ਕੋਈ। ਪਿਛਲੇ ਦਿਨੀ ਇੱਕ ਨੌਜਵਾਨ ਦੀ ਅਸੀਂ ਕੈਨੇਡਾ ਤੋਂ ਵਾਪਸ ਪਰਤੇ ਨੇ, ਉਹਨਾਂ ਨੇ ਬੜਾ ਵਧੀਆ ਕਾਰੋਬਾਰ, ਬੜਾ ਵੱਡਾ ਕਾਰੋਬਾਰ ਹੈ ਤੁਹਾਡੇ ਲੁਧਿਆਣੇ ਦੇ ਬਿਲਕੁਲ ਨੇੜੇ ਉਹਨਾਂ ਨੇ ਖੋਲ੍ਹਿਆ।
ਜਦੋਂ ਅਸੀਂ ਉਹਨਾਂ ਨਾਲ ਪੁਲਿਸ ਪ੍ਰਸ਼ਾਸਨ ਇਸ ਤੋਂ ਇਲਾਵਾ ਸਿਹਤ ਸੰਬੰਧੀ ਉਹਨਾਂ ਨੂੰ ਸਵਾਲ ਕੀਤਾ, ਉਹ ਕਹਿ ਰਹੇ ਸਨ ਕਿ ਉਹ ਕਿਸੇ ਵੀ ਚਲੋ ਦੇਸ਼ ਤੋਂ ਆਏ ਨੇ, ਉਹ ਕਹਿੰਦੇ ਉੱਥੋਂ ਨਾਲੋਂ ਇੱਥੇ ਅਜੇ ਠੀਕ ਲੱਗ ਰਿਹਾ, ਉੱਥੇ ਜਾਣ ਸਾਰ ਤੁਹਾਨੂੰ ਇਦਾਂ ਦਾ ਲੱਗਦਾ ਕਿ ਸਰਵਿਸ ਨਾਲ ਦੀ ਨਾਲ ਮਿਲ ਰਹੀ ਹੈ, ਉਸ ਤੋਂ ਬਾਅਦ 'ਚ ਉੱਥੇ ਕੋਈ ਨਹੀਂ ਪੁੱਛਦਾ ਹੈਗਾ। ਉੱਥੇ ਵੀ ਕਹਿੰਦੇ ਵੱਡੇ ਵੱਡੇ ਗੁੰਡੇ ਕਹਿ ਲਈ, ਉਹਨਾਂ ਦੇ ਉੱਪਰ 10-10 15-15 ਪਰਚੇ ਦਰਜ ਨੇ, ਕੋਈ ਪੁੱਛ ਗਿੱਛ ਨਹੀਂ। ਤੁਸੀਂ ਨਾਮ ਨਹੀਂ ਲਿਆ ਵੀ ਕਿਹੜੇ ਕੰਟਰੀ ਤੋਂ ਆਇਆ ਸੀ ਬੰਦਾ। ਕੈਨੇਡਾ ਤੋਂ ਹਾਂ, ਕੈਨੇਡਾ ਤਾਂ ਫਿਰ ਸਾਡੇ ਘੱਟੋ ਘੱਟ ਜਿੱਥੇ ਸਾਡੇ ਇੱਕ ਕਹਾਵਤ ਹੈ, ਉਹ ਹਿੰਦੀ 'ਚ ਕਹਿੰਦੇ ਜਹਾਂ ਜਹਾਂ ਪਾਪ ਪੜੇ ਸੰਤਨ ਕੇ ਤਹਾਂ ਤਹਾਂ ਬੰਟਾਧਰ, ਵੀ ਉੱਥੇ ਬੇੜਾ ਗਰਕ। ਤੇ ਉੱਥੇ ਹੁਣ ਆਪਣੇ ਪੰਜਾਬੀਆਂ ਨੇ ਜਾ ਕੇ ਜਿਹੜਾ ਕੋਈ ਅਸੀਂ ਭੇਜਿਆ ਹੋਇਆ ਸਿਸਟਮ ਸਮਾਨ ਸਾਡਾ ਸਾਰਾ ਪੁਰਾਣੇ ਬੰਦਿਆਂ ਨੇ ਮਿਹਨਤਾਂ ਕਰਕੇ ਜਿਹੜੇ ਉਹ ਖੜੀਆਂ ਕੀਤੀਆਂ ਸੀ ਸਲਤਨਤਾਂ, ਉੱਥੋਂ ਹੁਣ ਸਾਡਾ ਜਿਹੜਾ ਹੁਣ ਦਾ ਯੂਥ ਅਸੀਂ ਇੱਥੇ ਵਿਗਾੜ ਕੇ ਭੇਜ ਰਹੇ ਹਾਂ। ਦੇਖੋ ਜਿਹੜੇ ਆਪਾਂ ਕਹਿੰਦੇ ਇੱਥੇ ਮਾਈਗ੍ਰੇਸ਼ਨ ਹੋਈ ਹੈ ਪੜ੍ਹਾਈ ਵਾਸਤੇ, ਪੜ੍ਹਾਈ ਦੇ ਨਾਂ 'ਤੇ ਤਾਂ 5-10% ਹੀ ਹੋਈ ਹੈ, 90% ਤਾਂ ਉਹ ਹੀ ਹੈ ਬਿਲਡ ਜਵਾਕ ਸੀਗੇ ਇੱਥੇ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਕੋਈ ਕੰਮ ਹੈ ਨਹੀਂ ਸੀ, ਚੰਗੇ ਅਫਸਰਾਂ ਦੇ ਚੰਗੇ ਫੈਮਲੀਆਂ ਦੇ, ਉਹ ਲੋਕਾਂ ਨੇ ਡਰਦਿਆਂ ਨੇ ਬਾਹਰ ਕੱਢ ਦਿੱਤੇ ਵੀ ਘੱਟੋ ਘੱਟ ਚਲੋ ਇਹੋ ਜਿਹੇ ਚਿੱਟੇ ਵਰਗੇ ਨਸ਼ਿਆਂ ਤੋਂ ਬਚੇ ਰਹਿਣ। ਪਰ ਗੁੰਡਾਗਰਦੀ ਜਿਹੜਾ ਸਾਡਾ ਮਤਲਬ ਜੋ ਸਾਡੇ ਸਿਸਟਮ ਦੇ ਵਿੱਚ ਫੁਕਰਾਪਣ ਹੈ ਉਹ ਤਾਂ ਤੁਹਾਡੇ ਨਾਲ ਹੀ ਜਾਣਾ ਨਾ। ਤੋ ਇਹ ਹਾਲਾਤ ਜਿਹੜੇ ਕੈਨੇਡਾ ਦੇ ਖਾਸ ਤੌਰ 'ਤੇ ਜਿਹੜੇ ਕੀਤੇ ਆ, ਬਾਕੀ ਕੰਟਰੀ ਦੇ ਇੰਨੇ ਨਹੀਂ ਹੈਗੇ, ਕੈਨੇਡਾ ਦੇ ਵਿੱਚ ਜਿਹੜਾ ਹੈਗੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਤੋ ਮਹਿਸੂਸ ਤਾਂ ਹੁੰਦਾ ਹੀ ਨਾ, ਜਿਹੜਾ ਬੰਦਾ ਚੰਗਾ ਬੰਦਾ ਜਾਂਦਾ ਉਹ ਤਾਂ ਹੁੰਦਾ ਹੀ ਹੈ। ਅਮਰੀਕਾ ਦੇ ਵਿੱਚ ਵੀ ਜਿਹੜੀ ਕੈਲੀਫੋਰਨੀਆ ਸਟੇਟ ਹੈ ਉਹ ਆਲਮੋਸਟ ਪੰਜਾਬ ਵਰਗੀ ਹੋਈ ਵੀ ਹੈ, ਤੇ ਉੱਥੋਂ ਦੇ ਹਾਲਾਤ ਵੀ ਜਿਹੜੇ ਹੈਗੇ ਕੋਈ ਨਹੀਂ ਬਹੁਤੇ ਵਧੀਆ ਨਹੀਂ ਹੈਗੇ। ਤੋ ਫਿਰ ਗਲਤ ਹੈ ਵੀ ਛੇਕ ਤਾਂ ਆਪਣੇ ਭਾਂਡੇ 'ਚ ਹੀ ਹੈ, ਪ੍ਰੋਬਲਮ ਤਾਂ ਸਾਡੇ 'ਚ ਹੀ ਹੈ। ਅਸੀਂ ਜਿੱਥੇ ਜਾਂਦੇ ਹਾਂ ਉੱਥੇ ਹਾਲਾਤ ਉਹੋ ਜਿਹੇ ਕਰ ਲੈਂਦੇ ਹਾਂ ਜੇ ਕਿ ਅਸੀਂ ਆਪ ਹੈਗੇ ਹਾਂ। ਤੇ ਸਰ ਪਿਛਲੇ ਦਿਨ ਨਾ ਇੱਕ ਕਾਫੀ ਵੱਡਾ ਮਸਲਾ ਹੈ ਜਿਹੜਾ ਸ਼ਾਇਦ ਕਿਸੇ ਫੈਕਟਰੀ ਦਾ ਸੀ ਮੋਹਾਲੀ ਦੇ ਨੇੜੇ ਦਾ, ਜਿੱਥੇ 12,000 ਰੁਪਏ ਗਜ ਵਾਲੀ ਜ਼ਮੀਨ ਬਾਅਦ 'ਚ 65,000 ਰੁਪਏ ਤੱਕ ਵੇ। ਉਹ ਕੀ ਸੀ, ਥੋੜ੍ਹਾ ਜਿਹਾ ਸੰਖੇਪ 'ਚ ਆਪਣੇ ਜਿਹੜੇ ਇੱਧਰ ਦਰਸ਼ਕ ਨੇ ਉਹਨਾਂ ਨੂੰ ਦੱਸੋ। ਉਹ ਫਿਲਿਪਸ ਕੰਪਨੀ ਦੀ ਹੈਗੀ ਜੀ, ਜਿਹਦੇ ਵਿੱਚ ਸੁੰਦਰ ਸ਼ਾਮ ਅਰੋੜਾ ਅੰਦਰ ਹੈਗਾ, ਜਿਹਦੇ ਵਿੱਚ ਹੋਰ 4-5 ਅੰਦਰ ਨੇ, ਜਿਹਦੇ ਵਿੱਚ IAS ਐਕਸਪੋਜ਼ ਹੋਏ ਹੈ, ਜਿਹਦੇ ਵਿੱਚ ਹਿੰਮਤ ਕਰਕੇ ਵਿਜੀਲੈਂਸ ਦੇ ਇੱਕ ਅਫਸਰ ਦੀ ਮੈਂ ਹਮੇਸ਼ਾ ਤਾਰੀਫ ਕਰਦਾ ਹੁੰਦਾ, ਵਰਿੰਦਰ ਕੁਮਾਰ ਜਿਹੜੇ ADGP ਹੈਗਾ, ਉਹਦੀ ਹਿੰਮਤ ਨਾਲ ਜਿਹੜਾ ਹੈਗਾ ਉਹ ਕੇਸ ਰਜਿਸਟਰ ਜਿਹੜਾ ਹੋਇਆ, ਉਹਦੇ ਪਿੱਛੇ ਉਹ ਤੋਂ ਬਾਅਦ ਕਿੰਨਾ ਹੋ ਹੱਲਾ ਮਚਿਆ। ਇਹ IAS ਨੇ ਕਿੰਨੀਆਂ ਛਾਲਾਂ ਮਾਰੀਆਂ ਪੁੱਟੀਆਂ, ਜਿਵੇਂ ਕਿ ਇਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਚੱਕ ਕੇ ਕੋਈ ਪਤਾ ਨਹੀਂ ਇਹਨਾਂ ਦਾ ਕੀ ਇਹਨਾਂ ਨਾਲ ਕੋਈ ਗੁਨਾਹ ਕਰ ਲਿਆ ਹੋਵੇ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਕਰਪਸ਼ਨ ਕਰਨ ਦੀਆਂ ਜਿਹੜੀਆਂ ਇਹਨਾਂ ਦੀਆਂ ਇੱਛਾਵਾਂ ਤੇ ਜਿਹੜਾ ਇਹਨਾਂ ਦਾ ਅਧਿਕਾਰ ਹੈ, ਇਹ ਬਾਈ ਬਰਥ ਸਮਝਦੇ ਵੀ ਅਸੀਂ ਅੱਜ IAS ਬਣ ਗਏ ਤੇ ਤੋਂ ਬਾਅਦ ਅਸੀਂ ਲੁੱਟ ਖੋਹ ਤੋਂ ਇਲਾਵਾ ਹੋਰ ਕੁਝ ਕਰਨਾ ਹੀ ਨਹੀਂ ਹੈਗਾ। ਤਾਂ ਉਹ ਚੀਜ਼ ਤੇ ਜਦੋਂ ਕੋਈ ਡਾਕਾ ਪੈਂਦਾ, ਇਹਨਾਂ ਨੂੰ ਤਾਂ ਡਾਕਾ ਹੀ ਪਿਆ ਨਾ, ਇਹਨਾਂ ਦੀ ਲੁੱਟ ਨੂੰ ਜਦੋਂ ਕਿਸੇ ਨੇ ਰੋਕਿਆ ਤੇ ਇਹਨੂੰ ਨਹੀਂ ਲੱਗਦਾ ਵੀ ਸਾਡੇ ਹੱਕਾਂ 'ਤੇ ਡਾਕਾ ਮਾਰ ਲਿਆ ਹੁੰਦਾ। ਤਾਂ ਉਸ ਕਰਕੇ ਬੜੇ ਕਰਲਾਏ ਇਹਨਾਂ ਨੇ। PCSਾਂ ਦੀ ਫੌਜ ਵੀ ਖੜੀ ਕਰ ਲਈ, ਉਹ ਇੱਕ PCS ਫਸਿਆ ਸੀ ਉਹਨੂੰ ਵੀ ਨਾਲ ਲਾ ਲਿਆ। ਅੱਗੇ ਜਦੋਂ ਸੰਜੇ ਪੋਪੜੀ ਮੈਂ ਕਹਿੰਦਾ ਉਹਨਾਂ ਜਦੋਂ ਫੜਿਆ ਸੀ ਉਦੋਂ ਤਾਂ ਨਹੀਂ ਨਾ ਕੋਈ PPS ਬੋਲਿਆ ਤੇ PCS ਤੇ ਨਾ ਕੋਈ IAS। ਹੁਣ ਜਦੋਂ ਕਿ ਇੱਕ ਨੀਲਮਾ ਫਸੀ ਹੋਈ ਹੈ, ਉਦੋਂ ਫਿਰ ਇਹਨਾਂ ਨੇ ਕੋਸ਼ਿਸ਼ ਕਰਕੇ ਸ਼ੈਲਟਰ ਕਰਕੇ ਇਹਨਾਂ ਨੂੰ ਜਿਹੜੇ PCS ਇਹਨਾਂ ਨੂੰ ਉਂਗਲ ਦੇ ਕੇ ਇਹ ਕਰਵਾਇਆ, ਪਰ ਉਹ ਇੱਕ ਵਾਰੀ ਫਲॉप ਹੋਇਆ, ਬਿਲਕੁਲ ਹੋਇਆ, ਕੋਈ ਸ਼ੱਕ ਨਹੀਂ ਇਹਦੇ 'ਚ। ਕੋਈ ਚੰਗੇ ਸਟੈਪ ਵੀ ਲਏ ਗਏ ਸਰਕਾਰ ਤੋਂ, ਤੇ ਫਿਰ ਉਸ ਤੋਂ ਬਾਅਦ ਫਿਰ ਹਾਲਾਤ ਜਿਹੜੇ ਹੈਗੇ ਆ, ਇਹ ਵੀ ਗੱਲ ਸਾਹਮਣੇ ਆਈ ਸੀ ਵੀ ਇੱਕ ਕੰਪਰੋਮਾਈਜ਼ ਹੈ। ਤਾਂ ਐਕਚੁਅਲੀ ਉਹ ਹੋਇਆ ਕਿ ਉਸ ਬੰਦੇ ਦੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਜਾਊਗੀ, ਤੇ ਗਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਅਫਸਰਾਂ ਦੇ ਖਿਲਾਫ ਕਾਰਵਾਈ ਕਰਨੀ ਬੰਦ ਕਰਾਂਗੇ। ਅਸੀਂ ਸਿਰਫ ਪੋਲੀਟੀਕਲ ਬੰਦਿਆਂ ਦੇ ਖਿਲਾਫ ਹੀ ਕਾਰਵਾਈ ਕਰਾਂਗੇ। ਇਸ ਤਰ੍ਹਾਂ ਦਾ ਸਮਝੌਤਾ ਹੋਣ ਦੀਆਂ ਖਬਰਾਂ ਆ ਰਹੀਆਂ। ਜੇ ਆਉਣ ਵਾਲੇ ਸਮੇਂ 'ਚ ਕੋਈ ਉਹ ਜਿਹੜਾ ਫੜਿਆ ਹੋਇਆ RTA ਹੈ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਇਹ ਨੀਲਮਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ, ਤਾਂ ਸਮਝ ਲਓ ਫਿਰ ਰਾਜੀਨਾਮਾ ਹੋ ਗਿਆ, ਸਮਝੌਤਾ ਕੀਤਾ ਸਰਕਾਰ ਨੇ। ਜਿਵੇਂ ਕਿ ਸਾਂਝਾ ਮੋਰਚੇ ਜੀਰੇ ਬਾਰੇ ਤੁਸੀਂ ਸੁਣਿਆ ਹੋਣਾ, ਉੱਥੇ ਸਰਕਾਰ ਨੇ ਉਹਨੂੰ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਉੱਥੇ ਕੋਈ ਹੋਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਕੋਈ ਉਹਦਾ ਲੀਗਲ ਜਿਹੜਾ ਡਾਕੂਮੈਂਟ ਜਾਰੀ ਨਹੀਂ ਕੀਤਾ, ਉਲਟਾ ਸਾਜ਼ਿਸ਼ਾਂ ਰਚ ਕੇ ਉੱਥੇ ਜਿਹੜੇ ਬੈਠੇ ਮੋਰਚੇ ਦੇ ਲੋਕ ਜਿਹੜਾ ਚਲਾ ਰਹੇ ਸੀਗੇ ਉਹਨਾਂ ਨੂੰ ਪਾੜ ਲਿਆ ਇਹਨਾਂ ਨੇ। ਹੁਣ ਉਹਨਾਂ 'ਚੋਂ 3 ਬੰਦੇ ਅੱਡ ਕਰਕੇ ਉਹਨਾਂ ਨੇ 4-5 ਹੋਰ ਨਵੇਂ ਕਰਕੇ ਇੱਕ ਵੱਖਰੀ ਕਮੇਟੀ ਬਣਾ ਕੇ ਸ਼ੁਕਰਾਨੇ ਦੇ ਭੋਗ ਜਿਹੜੇ ਹੈਗੇ ਆ ਸ਼ੁਰੂ ਕਰ ਦਿੱਤੇ। ਸ਼ੁਕਰਾਨਾ ਕਾਹਦਾ ਹੋਇਆ, ਤੁਹਾਨੂੰ ਮਿਲਿਆ ਕੀ ਹੈਗਾ? ਇੱਕ ਐਲਾਨ ਕਰ ਦੇਣਾ ਕੀ ਹੋ ਗਿਆ? ਜੋ ਤੁਹਾਡੇ ਕੋਲ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਕਰਨ ਵਾਲੀਆਂ, ਉੱਥੇ ਭਗਵੰਤ ਮਾਨ ਆਪ ਆ ਕੇ ਸਾਰਾ ਕੁਝ ਅਨਾਊਂਸਮੈਂਟਸ ਕਰੇ। ਉਸ ਤੋਂ ਇਲਾਵਾ ਜਿਹੜੇ ਬੰਦੇ ਉੱਥੇ ਡੈਥ ਹੋਈ ਹੈ ਉਹਨਾਂ ਨੂੰ ਕੰਪਨਸੇਸ਼ਨ ਹੋਰ ਬਹੁਤ ਕੁਝ ਹੈਗਾ। तो इस करके लीगल एस्पैक्ट का कोई है ही नहीं। टीवी से डिबेट चल रही है भी ये तो ऑर्डर कर ही नहीं सकती सी सरकार, उन्होंने क्लैरीफाई करे। तो इस करके वो बंदियां नूं तोड़ के मोर्चे वालियां नूं उत्थों मतलब उन्होंने उठाना चाहते हैं। तो उत्थे भी काफ़ी दुफाड़ पिया होया है, कुछ जागदे लोग भी उत्थे बैठे है, सानूं तां गलबात सारी आ जाती है। तो सरकार उल्टा साजिशां करके उस मोर्चे नूं फेल करना चाहती है। दिता अजे कुछ नहीं, ऐलान तो इलावा बाकी सारियां गल्लां ही हैगीਆਂ। ਕਹਿ ਲਈਏ ਤਾਂ ਜਿਵੇਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਵਾਅਦੇ ਕੀਤੇ ਗਏ ਹਨ, ਕਾਨੂੰਨ ਵਾਪਸ ਬੇਸ਼ੱਕ ਲੈ ਲਏ ਗਏ, ਪਰ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਨੇ, ਹੋਰ ਬੜੇ ਮਸਲੇ ਨੇ, ਘੱਟੋ ਘੱਟ ਸਮਰਥਨ ਮੁੱਲ, ਉਹ ਮੁੱਦੇ ਉੱਦੇ ਦੇ ਉੱਦੇ ਹੀ ਖੜੇ ਨੇ। मतलब बिल्कुल सेम गेम खेडी जा रही है। कोई कानून वापस ले नहीं, कानून तो लागू ही नहीं होए थे। जो वापस की ले ली सी, एक अनाउंसमेंट की थी, अनाउंसमेंट बाद ਵਿੱਚ ਹੋ ਗਈ। ਉੱਥੇ ਲੋਕਾਂ ਦੇ ਟਰੈਕਟਰ ਰੁਲਦੇ ਫਿਰਦੇ ਆ, ਉੱਥੇ ਲੋਕਾਂ ਨਾਲ ਜੋ ਧੱਕੇ ਹੋਏ ਸੀ, ਜੋ ਕੁਝ ਹੈਗਾ ਸਭ ਉਵੇਂ ਦਾ ਉਵੇਂ ਹੈ। ਉਹੀ ਖੇਡ ਜਿਹੜੀ ਇਹ ਮਾਨ ਸਰਕਾਰ ਹੈਗੀ ਹੈ ਹੁਣ ਤੱਕ ਖੇਡ ਦੀ ਲੱਗਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਗੱਲ ਕਹਿਣਾ ਪਵੇ ਕੋਈ ਚੀਜ਼ ਚੰਗਾ ਸਟੈਪ ਲਿਆ। 2 ਦਿਨ ਪਹਿਲਾਂ ਸਾਨੂੰ ਕਹਿਣਾ ਪਿਆ ਸੀ ਵੀ ਬਹੁਤ ਚੰਗਾ ਕਰ ਰਿਹਾ ਮਾਨ, ਪਰ ਇਹਨੂੰ ਕਿਸੇ ਪਾਸੇ ਤੇ ਲਾਵੇ ਨਾ। ਜੇ ਇਸ ਤਰ੍ਹਾਂ ਖੇਡਾਂ ਹੀ ਖੇਡਣੀਆਂ, ਅਫਸਰਾਂ ਦੇ ਕਿਹਾ ਜਿਹੜੇ ਹੈਗੇ ਆ ਉਹ ਐਲਾਨ ਵੀ ਉਹ ਕਰ ਲੈਣੇ ਜਿਹੜੇ ਕੱਲ੍ਹ ਨੂੰ ਅਥੈਂਟਿਕ ਨਹੀਂ ਲੱਗ ਰਹੇ, ਜਿਨ੍ਹਾਂ ਦੀ ਕੋਈ ਲੀਗਲ ਰੈਮੇਡੀ ਨਹੀਂ ਬਣ ਰਹੀ, ਤੇ ਫਿਰ ਉਹ ਡਾਊਨ ਤਾਂ ਸਰਕਾਰ ਨੇ ਹੋਣਾ ਨਾ। ਤੇ ਉਲਟਾ ਸਾਜ਼ਿਸ਼ਾਂ ਕਰਕੇ ਉਹ ਜਿਹੜੇ ਉੱਥੇ ਬੈਠੇ ਲੋਕ ਹੈ ਉਹਨਾਂ ਦੇ ਵਿੱਚ ਜੇ ਦਫਾੜ ਪਾ ਕੇ ਤੁਸੀਂ
ਤੁਸੀਂ ਉਹਨੂੰ ਮੋਰਚੇ ਨੂੰ ਖਤਮ ਕਰਨਾ ਚਾਹੋਗੇ ਤਾਂ ਮੈਨੂੰ ਨਹੀਂ ਲੱਗਦਾ ਇਹੋ ਜਿਹੇ ਹਾਲਾਤ ਹੈਗੇ ਉੱਥੇ ਕਿਸਾਨ ਜਥੇਬੰਦੀਆਂ ਬੈਠੀਆਂ। ਸਾਰੀਆਂ ਕਿਸਾਨ ਜਥੇਬੰਦੀਆਂ ਰਾਜੇਵਾਲ ਵਾਂਗੂ ਬਕਾਊ ਨਹੀਂ ਹੈਗੀਆਂ, ਠੀਕ ਹੈ। ਰਾਜੇਵਾਲ ਤਾਂ ਉੱਥੇ ਜਾ ਕੇ ਵੀ ਉਹ ਕਰਦਾ ਫਿਰਦਾ ਸੀਗਾ ਵੀ ਜਿਹੜਾ ਸੀਐਮ ਪ੍ਰਕਾਸ਼ ਸਿੰਘ ਬਾਦਲ ਤੋਂ ਵਧੀਆ ਸੀਐਮ ਨਹੀਂ ਸੀ, ਬੜੇ ਪੈਸੇ ਲੈ ਕੇ ਆਉਂਦਾ ਸੀਗਾ, ਤੇ ਨਾਲ ਹਰੇਕ ਸਟੇਜ ਤੇ ਚੜਾਇਆ ਹੁੰਦਾ ਉਹਨੇ ਕਾਹਨ ਸਿੰਘ ਪੰਨੂ, ਜਿਹੜਾ ਜਿਹੜਾ ਕਰਪਟ ਜਿਹੜਾ ਸਿੰਚਾਈ ਘੁਟਾਲਾ ਉਹਦਾ ਸੂਤਰਧਾਰ ਜਿਹੜਾ ਬੰਦਾ ਉਹਦੀ ਸਟੇਜ ਤੇ ਹੁੰਦਾ। ਮੈਂ ਕੱਲ ਵੀ ਕਿਤੇ ਵੇਖ ਰਿਹਾ ਸੀਗਾ ਕਿਸਾਨ ਮਜ਼ਦੂਰ ਦੀ ਕਰਾ ਕੇ ਬੈਠੇ ਸੀ। ਤਾਂ ਉਹ ਸਾਰੇ ਜਿਹੜੇ ਕਿਸਾਨ ਜਿਹੜੇ ਹੈਗੇ ਆ ਕਿ ਰਾਜੇਵਾਲ ਵਾਂਗੂ ਵਿਕੇ ਤੇ ਘਟੀਆ ਨਹੀਂ ਹੈਗੇ। ਇੱਥੇ ਉਗਰਾਹਾਂ ਵਰਗੀ ਜਥੇਬੰਦੀ ਹੈਗੀ ਹੈ, ਸਿੱਧੂਪੁਰ ਵਰਗੇ ਹੋਰ ਬਹੁਤ ਜਥੇਬੰਦੀਆਂ ਜਿਹੜੀਆਂ ਹੈਗੀਆਂ ਸਟਰੋਂਗ ਹੈਗੀਆਂ ਜਿਨ੍ਹਾਂ ਦੀ ਉਸ ਮੋਰਚੇ ਤੇ ਨਿਗਾਹ ਹੈਗੀ ਹੈ। ਤੇ ਇਸ ਕਰਕੇ ਉਮੀਦ ਨਹੀਂ ਕਰ ਸਕਦੇ ਕਿ ਸਰਕਾਰ ਆਪਣੀਆਂ ਇਹਨਾਂ ਸਾਜ਼ਿਸ਼ਾਂ 'ਚ ਕਾਮਯਾਬ ਹੋ ਜੂਗੀ। ਸੇਖੋ ਸਾਹਿਬ, ਪਿਛਲੇ ਇੰਟਰਵਿਊ ਦੇ ਵਿੱਚ ਆਪਾਂ ਅਸੀਂ ਇੱਕ ਜ਼ਿਕਰ ਕੀਤਾ ਸੀ, ਚੰਗੇ ਪੱਤਰਕਾਰ ਨੇ ਜਿਹੜੇ ਕਿ ਜ਼ਿਆਦਾਤਰ ਕ੍ਰਾਈਮ ਦੀ ਜੁਰਮ ਨਾਲ ਸੰਬੰਧਿਤ ਨੂੰ ਕਵਰੇਜ ਕਰਦੇ ਨੇ। ਸਿੱਧੂ ਮੂਸੇ ਵਾਲਾ ਕੇਸ ਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਵੇਖ ਰਹੇ ਨੇ। ਉਹਨਾਂ ਦੀ ਅਸੀਂ ਜ਼ਿਕਰ ਕਰਿਆ ਸੀ ਕਿ 40-45 ਅਜਿਹੇ ਇੱਥੇ ਅਫਸਰਸ਼ਾਹੀ ਦੇ ਵਿੱਚ ਇਹੋ ਜਿਹੇ ਮਤਲਬ ਬੰਦੇ ਜੁੜੇ ਹੋਏ ਨੇ, ਉਹ ਪਰਿਵਾਰ ਨੇ ਜਿਹੜੇ ਕੁਝ ਵੀ ਹੋਣ ਹੀ ਨਹੀਂ ਦਿੰਦੇ ਕਿ ਜੇ ਕੁਝ ਗਲਤ ਹੋਣਾ ਉਸ ਨੂੰ ਆਪਣੇ ਆਪ ਰੋਕ ਲੈਂਦਾ। ਆਪਸ ਵਿੱਚ ਸਾਂਠ ਗਾਂਠ ਹੈ, ਉਸ ਨੂੰ ਜਿੰਨਾ ਚਿਰ ਇਸ ਨੈਕਲਸ ਨੂੰ ਇਹਨੂੰ ਤੋੜਿਆ ਨਹੀਂ ਜਾਂਦਾ ਉਨੀ ਚਿਰ ਹੱਲ ਕੋਈ ਨਹੀਂ। ਤੇ ਹੁਣ ਪਿਛਲੇ ਦਿਨੀ ਜਿਸ ਤਰ੍ਹਾਂ ਇਹ ਸਾਰਾ ਮਾਮਲਾ ਹੋਇਆ ਫਿਲਿਪਸ ਕੰਪਨੀ ਵਾਲਾ, ਤੇ ਸਾਰੇ ਇਕੱਠੇ ਹੋ ਗਏ ਹੜਤਾਲ ਤੇ ਚਲੇ ਗਏ, ਕਿੰਨਾ ਕੁਝ ਹੋਇਆ। ਹੁਣ ਤਾਂ ਲੱਗ ਰਿਹਾ ਨਾ ਵੀ ਇਹ ਗੱਲਾਂ ਠੀਕ ਹੋ ਸਕਦੀਆਂ ਨੇ, ਮਤਲਬ ਕਾਫੀ ਉਲਝੀ ਹੋਈ ਤਾਂ ਨਹੀਂ। ਉਹ ਤਾਂ ਤੁਸੀਂ ਆਪਣੀ ਸਵਾਲ ਦੇ ਵਿੱਚ ਵੀ ਕਾਫੀ ਸਾਰਾ ਜਵਾਬ ਦਿੱਤਾ, ਸਾਰੀ ਗੱਲ ਇਹੀ ਬਿਲਕੁਲ ਠੀਕ ਹੈ। ਮੈਨੂੰ ਜ਼ਿਕਰ ਨੇ ਨਾਮ ਨਹੀਂ ਸਮਝ ਆਇਆ ਜਿਹਦਾ ਤੁਸੀਂ। ਬਲਜੀਤ ਸਿੰਘ ਪਰਮਾਰ ਜੀ। ਬਲਜੀਤ ਪਰਮਾਰ ਜੀ, ਹਾਂ ਠੀਕ ਹੈ। ਉਹ ਤਾਂ ਮਤਲਬ ਸਾਡਾ ਮੈਂ ਪੰਜਾਬੀ ਮੰਚ ਦਾ ਵੀ ਅਸੀਂ ਪਾਰਟ ਹੈਗੇ ਹਾਂ। ਉਹ ਦੇਖ ਰਹੇ ਆ, ਬਹੁਤ ਅੱਛੇ ਤਰੀਕੇ ਨਾਲ ਦੇਖ ਰਹੇ ਆ। ਉਹ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਕੁ ਮਤਲਬ ਸਾਡੀ ਸਮਰੱਥਾ ਹੈ, ਪਰ ਉਹਨਾਂ ਦਾ ਤਜਰਬਾ ਬਹੁਤ ਵੱਡਾ। ਬੰਬੇ ਤੱਕ ਉਹਨਾਂ ਨੇ ਉੱਥੋਂ ਦੇ ਕ੍ਰਾਈਮ ਦੇ ਵਿੱਚ ਬਹੁਤ ਨਿਗਾਹ 'ਚ ਕੰਮ ਕੀਤੇ ਹੋਏ ਆ, ਉਹਨਾਂ ਦੀ ਜਾਣਕਾਰੀ ਵੀ ਹੈ। ਉਹਨਾਂ ਦਾ ਅਫੀਸਰ ਵੀ ਜਿਹੜੇ ਹੁੰਦੇ ਆ ਇਹੋ ਜਿਹੇ ਬੰਦੇ ਤੋਂ ਥੋੜ੍ਹਾ ਉਹਨੂੰ ਕੰਨੀ ਕਤਰਾਉਂਦੇ ਆ ਜਾਂ ਝੂਠ ਮਾਰ ਲੱਗਿਆ ਉਹਦੇ ਤੋਂ। ਦੇਖਦੇ ਹਾਂ, ਉਮੀਦ ਹੈ ਕਿ ਉਹ ਅੱਛਾ ਕਰ ਰਹੇ ਹੋਣਗੇ। ਅਦਰਵਾਈਜ਼ ਬਾਕੀ ਜੇ ਉਵੇਂ ਤੁਸੀਂ ਪ੍ਰੈਸ ਦੀ ਹਾਲ ਜਾਂ ਮੀਡੀਆ ਦੀ ਗੱਲ ਕਰੀਏ ਤਾਂ ਕੁਝ ਜਾਗੇ ਹੋਏ ਲੋਕ ਜਿਹੜੇ ਹੈ ਹੋਣ ਤਾਂ ਹਾਲਾਤ ਇਹੋ ਜਿਹੇ ਨਾ ਹੋਣ, ਪਰ ਇਹਨੇ ਵੀ ਸਾਰੇ ਕੰਪਰੋਮਾਈਜ਼ ਕੀਤੇ ਹੋਏ ਇੱਕ ਦੂਜੇ ਨਾਲ। ਚਲਦੇ ਕਿ ਜਿਸ ਤਰ੍ਹਾਂ ਕਹਿ ਲਈਏ ਕਿ ਕਾਫੀ ਭ੍ਰਿਸ਼ਟਾਚਾਰ ਹੈ, ਚਾਹੇ ਵੱਖ-ਵੱਖ ਤਰ੍ਹਾਂ ਦੇ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਤੋਂ ਲੋਕ ਗੁਜ਼ਰ ਰਹੇ ਨੇ। ਤੇ ਜਦੋਂ ਤੁਸੀਂ ਇੱਕ ਸਿੱਧਾ ਕਹਿ ਲਈਏ ਜਦੋਂ ਸੱਚ ਦੇ ਰਾਹ ਤੇ ਕੋਈ ਚੱਲਦਾ ਤਾਂ ਪਰੇਸ਼ਾਨੀਆਂ ਜ਼ਿਆਦਾ ਮਤਲਬ ਕਿ ਪਰੇਸ਼ਾਨ ਕਰਦੀਆਂ ਨੇ ਲੋਕਾਂ ਨੂੰ। ਤੁਹਾਡੇ ਤੋਂ ਉਮੀਦਾਂ ਬਹੁਤ ਜ਼ਿਆਦੀਆਂ ਨੇ, ਲੋਕ ਬਹੁਤ ਵੱਡੇ ਪੱਧਰ ਤੇ ਨੇ ਜਿਹੜੇ ਲੋਕ ਜੁੜਦੇ ਜਾ ਰਹੇ ਨੇ। ਤਾਂ ਜਿਹੜੀ ਇਸ ਤਰ੍ਹਾਂ ਦੀ ਸਥਿਤੀ ਇਹਨੂੰ ਕੰਟਰੋਲ ਕਰਨ ਵਾਸਤੇ ਆਪਣੇ ਨਾਲ ਹੋਰ ਲੋਕਾਂ ਨੂੰ ਵਧਾਉਣ ਵਾਸਤੇ ਅੱਗੇ ਤੁਸੀਂ ਕੀ ਕਰ ਰਹੇ ਹੋ? ਦੇਖੋ ਜੀ, ਪਹਿਲੀ ਗੱਲ ਤੇ ਕਿ ਪਰੇਸ਼ਾਨ ਤਾਂ ਮੈਂ ਹੈ ਹੀ ਨਹੀਂਗਾ। ਜੇ ਮੈਂ ਪਰੇਸ਼ਾਨ ਹੁੰਦਾ ਤੇ ਫਿਰ ਇਹ ਮਤਲਬ ਜੇਤੂ ਹੋ ਜਾਂਦੇ। ਇਹ ਹਾਰ ਰਹੇ ਨੇ। ਜੇ ਕੋਈ ਸੱਚ ਦੀ ਗੱਲ ਨੂੰ ਵਾਰ-ਵਾਰ ਕਹਿ ਰਿਹਾ, ਇੱਕ ਕਿਤੇ ਨਾ ਕਿਤੇ ਹੈ ਹੁੰਦਾ ਤਾਂ ਹੈ ਨਾ, ਸੱਚ ਨਾਲ ਹੀ ਸਹੀ। ਕੋਈ ਗੱਲ ਨਹੀਂ, ਮੈਂ ਇਹੀ ਕਹਿ ਰਿਹਾ ਨਾ, ਦੋ ਚੀਜ਼ਾਂ ਹੁੰਦੀਆਂ। ਇਹਨੂੰ ਜੇ ਮੈਂ ਨੈਗੇਟਿਵਿਟੀ ਤੌਰ ਤੇ ਸੋਚਣਾ ਹੋਵੇ ਤਾਂ ਮੈਨੂੰ ਵੀ ਬੜੀ ਵੱਡੀ ਪ੍ਰੋਬਲਮ ਹੈ। ਮੇਰੀ ਹੁਣ ਫਿਰ ਦੂਜੀ ਵਾਰੀ ਗੱਡੀ ਦਾ ਐਕਸੀਡੈਂਟ ਹੋਇਆ, ਮੈਂ ਕਦੇ ਜ਼ਿਕਰ ਨਹੀਂ ਕੀਤਾ। ਤੋਂ ਮੇਰੇ ਨਾਲ ਬਹੁਤ ਚੀਜ਼ਾਂ ਵਾਪਰਦੀਆਂ, ਪਰ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਪਰਵਾਹ ਕਰਦਾ। ਕੋਈ ਦਿੱਕਤ ਨਹੀਂ, ਕਿੰਨੀ ਦੇਰ ਇਹ ਜਿਹੀ ਚੀਜ਼ਾਂ ਇਹ ਕਰਨਗੇ, ਠੀਕ ਹੈ, ਕੋਈ ਗੱਲ ਨਹੀਂ ਹੈਗੀ। ਮੈਂ ਬਿਲਕੁਲ ਪਰੇਸ਼ਾਨ ਨਹੀਂ। ਉਲਟੀ ਗੱਲ ਹੈ ਕਿ ਇਹ ਲੋਕ ਮੈਥੋਂ ਬਹੁਤ ਪਰੇਸ਼ਾਨ ਨੇ। ਇਹ ਸੱਚ ਜਿਹੜਾ ਇਵੇਂ ਹੀ ਬੋਲਦਾ ਜਿਹੜਾ ਹੈਗਾ ਜਾਰੀ ਰੱਖਾਂਗੇ ਜਿੰਨੀ ਦੇਰ ਸਮਰੱਥਾ ਸਾਡੇ ਵਿੱਚ। ਲੋਕਾਂ ਦਾ ਜਾਗਣਾ ਜਾਂ ਨਾ ਜਾਗਣਾ, ਜਾਂ ਜੁੜਨਾ ਜਾਂ ਨਾ ਜੁੜਨਾ ਉਹਨਾਂ ਦਾ ਕੰਮ ਹੈ। ਮੈਂ ਇੰਨਾ ਸੋਰਸਫੁਲ ਤਾਂ ਹੈ ਨਹੀਂਗਾ ਕਿ ਅੱਜ ਇੱਕ ਪਾਰਟੀ ਖੜੀ ਕਰਕੇ ਤੇ ਮਤਲਬ ਇਸ ਤਰ੍ਹਾਂ 2 ਨੰਬਰ ਦਾ ਪੈਸਾ ਇਕੱਠਾ ਕਰਕੇ ਜਾਂ ਲੋਕਾਂ ਨੂੰ ਠੱਗ ਕੇ ਇਹ ਕੰਮ ਕਰਾਂ। ਮੈਂ ਤਾਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ। ਉਹ ਚੈਨਲ ਜਿਹੜਾ ਬਲਵਿੰਦਰ ਸੇਖੋਂ ਸਪੀਕਸ ਆ ਉਹਦੇ ਤੇ ਲੋਕ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ, ਜੋ ਮੇਰੀ ਉਮੀਦ ਸੀ ਉਸ ਤੋਂ ਬਹੁਤ ਘੱਟ ਹੈ। ਪਰ ਫਿਰ ਵੀ ਕਹਿੰਦੇ ਆ ਜੋ ਜਿੰਨੀ ਗੱਲ ਜਾਵੇ ਬਹੁਤ ਠੀਕ ਹੈ। ਤਾਂ ਉਹਦੇ ਤੇ ਲੋਕ ਜਿਵੇਂ ਜਿਵੇਂ ਜੁੜਦੇ ਜਾਣਗੇ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ, ਲੋਕਾਂ ਨੂੰ ਅਪੀਲ ਵੀ ਕਰਾਂਗੇ ਵੀ ਜਿਹੜੇ ਬੰਦੇ ਜੁੜੇ ਹੋਏ ਆ ਕੁਝ ਹੋਰ ਬੰਦਿਆਂ ਨੂੰ ਪ੍ਰੇਰਿਤ ਕਰਨ ਵੀ ਹੋਰ ਬੰਦੇ ਜੁੜੀਏ। ਜੇ ਉਹਦੇ ਤੇ ਅਸੀਂ ਇੱਕ ਬਹੁਤ ਵੱਡੀ ਮਤਲਬ ਸੰਖਿਆ ਦੇ ਵਿੱਚ ਇਕੱਠੇ ਹੋ ਗਏ ਤਾਂ ਲੋਕਾਂ ਤੱਕ ਜਦੋਂ ਆਵਾਜ਼ ਜਾਂਦੀ, ਗਲਤ ਪਰਪਸ ਦਾ ਆਵਾਜ਼ ਬਚਾਉਣ ਦਾ ਨਾ। ਤੇ ਇਸ ਕਰਕੇ ਗਾਂ ਆਉਣ ਵਾਲੇ ਸਮੇਂ ਵਿੱਚ ਪੋਲੀਟੀਕਲ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦਾ ਹਾਲਾਤ ਬਣਨਗੇ, ਕੀ ਨਹੀਂ ਬਣਨਗੇ, ਉਹ ਆਪਣੀ ਸਮਰੱਥਾ ਮੁਤਾਬਕ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਜੇ ਅਸੀਂ ਆਪਣੀ ਆਵਾਜ਼ ਹੀ ਲੋਕਾਂ ਤੱਕ ਪਹੁੰਚਦੀ ਕਰ ਦਈਏ ਤੇ ਇਹਦੇ ਨਾਲ ਵੀ ਬਹੁਤ ਆਉਣ ਵਾਲੇ ਸਮੇਂ 'ਚ ਅਸਰ ਹੋਣ ਦੇ ਚਾਂਸ ਹੈਗੇ। ਸੋ ਦੋਸਤੋ, ਇਹ ਸਨ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਸਾਰੀ ਗੱਲਬਾਤ ਆਪਣੇ ਦਰਸ਼ਕਾਂ ਦੇ ਵਿੱਚ ਆਪਣੇ ਲੋਕਾਂ ਦੇ ਸਾਹਮਣੇ ਰੱਖੀ ਹੈ। ਕੈਮਰਾਮੈਨ ਸੋਨੂੰ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ, ਨਾਭਾ। ਧੰਨਵਾਦ।